ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਏਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਏਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਇਟਲੀ ਸਰਕਾਰ ਦਾ ਫੈਸਲਾ, ਬਿਨਾਂ ਟੀਕਾ ਲਵਾਏ ਹੋਰਨਾਂ ਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਕਰੇਗਾ ਇਕਾਂਤਵਾਸ। ਵੈਕਸੀਨ ਨਾ ਲਗਵਾਉਣ ਵਾਲਿਆਂ ਨੂੰ ਗੰਭੀਰ ਬਿਮਾਰੀ ਅਤੇ ਮੌਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਾਸ਼ਟਰਪਤੀ ਜੋ ਬਾਈਡਨ। ਚੀਨ ਦੀ ਦਰਦ ਨਿਵਾਰਕ ਦਵਾਈ ਨਿਰਮਾਤਾ ਕੰਪਨੀਆਂ ਤੇ ਪਾਬੰਦੀ, ਬਾਈਡਨ ਨੇ ਆਦੇਸ਼ ਤੇ ਕੀਤੇ ਦਸਤਖਤ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਲੈਬੋਰਟਰੀਆਂ ਦਾ ਉਦਘਾਟਨ। ਅਮਰੀਕਾ ਨੇ ਅਦਨ ਦੀ ਖਾੜੀ ਵਿੱਚ ਟੈਸਟ ਕੀਤੇ ਅਦ੍ਰਿਸ਼ ਹਥਿਆਰ। ਫਾਈਜ਼ਰ ਅਤੇ ਮੋਡਰਨਾ ਨੂੰ ਜੌਨਸਨ ਐਂਡ ਜੌਨਸਨ ਦੇ ਮੁਕਾਬਲੇ ਤਰਜੀਹ ਦਿੱਤੀ ਜਾਵੇ, ਮਾਹਿਰਾਂ ਨੇ ਕੀਤੀ ਸਿਫਾਰਿਸ਼। ਭਾਰਤੀ ਮੂਲ ਦੀ ਅਮਰੀਕੀ ਨੀਲ ਪਟੇਲ ਸੈਨੇਟ ਦੀ ਚੋਣ ਲਈ ਮੈਦਾਨ ਵਿੱਚ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਪੂਰੀ ਦੁਨੀਆ ਨੂੰ ਪਿਛਲੇ 2 ਸਾਲ ਤੋਂ ਕੋਰੋਨਾ ਵਾਇਰਸ ਦੇ ਵੱਖ-ਵੱਖ ਵੇਰੀਐਂਟਾਂ ਨੇ ਪਰੇਸ਼ਾਨ ਕਰ ਰੱਖਿਆ ਹੈ। ਓਮਿਕਰੌਨ, ਜਿਹੜਾ ਕਿ ਕੋਰੋਨਾ ਵਾਇਰਸ ਦਾ ਹੀ ਇੱਕ ਰੂਪ ਹੈ, ਇਸ ਸਮੇਂ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਰਿਹਾ ਹੈ। ਓਮਿਕਰੌਨ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਇਟਲੀ ਸਰਕਾਰ ਨੇ ਯੂਰਪ ਦੇ ਹੋਰਨਾਂ ਦੇਸ਼ਾਂ ਤੋਂ ਬਿਨਾਂ ਐਂਟੀ ਕੋਰੋਨਾ ਵੈਕਸੀਨ ਲਵਾਏ ਇਟਲੀ ਆ ਰਹੇ ਯਾਤਰੀਆਂ ਨੂੰ ਇਕਾਂਤਵਾਸ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਪ੍ਰਸਤਾਵ ਤੇ ਦਸਤਖਤ ਕਰਦੇ ਹੋਏ ਇਟਲੀ ਦੇ ਸਿਹਤ ਮੰਤਰੀ ਰੈਬਰੋਤੋ ਸਪਰੈਂਜਾ ਨੇ ਕਿਹਾ ਕਿ ਯੂਰਪ ਦੇ ਹੋਰਨਾਂ ਦੇਸ਼ਾਂ ਤੋਂ ਇਟਲੀ ਆ ਰਹੇ ਉਹਨਾਂ ਯਾਤਰੀਆਂ ਜਿਨ੍ਹਾਂ ਨੇ ਹਾਲੇ ਐਂਟੀ ਕੋਰੋਨਾ ਦਾ ਟੀਕਾ ਨਹੀਂ ਲਗਵਾਇਆ, ਉਹਨਾਂ ਨੂੰ ਇਟਲੀ ਆ ਕੇ 5 ਦਿਨਾਂ ਲਈ ਇਕਾਂਤਵਾਸ ਹੋਣਾ ਪਏਗਾ। ਇਸ ਤੋਂ ਇਲਾਵਾ ਵੀਰਵਾਰ ਤੋਂ 31 ਜਨਵਰੀ ਤੱਕ ਟੀਕਾ ਲਗਵਾ ਚੁੱਕੇ ਯਾਤਰੀ ਜੋ ਦੂਸਰੇ ਦੇਸ਼ਾਂ ਤੋਂ ਇਟਲੀ ਆਉਣਾ ਚਾਹੁੰਦੇ ਨੇ ਨੂੰ ਇਟਲੀ ਦਾਖਲ ਹੋਣ ਤੋਂ ਪਹਿਲਾਂ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਜ਼ਰੂਰੀ ਹੋਏਗੀ। ਯੂਰਪ ਤੋਂ ਬਾਹਰਲੇ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਤੇ ਪਹਿਲਾਂ ਹੀ ਇਹ ਕਾਨੂੰਨੀ ਇਟਲੀ ਸਰਕਾਰ ਲਾਗੂ ਕਰ ਚੁੱਕੀ ਹੈ। ਅਮਰੀਕਾ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਨੇ। ਇਸ ਨੂੰ ਦੇਖਦੇ ਹੋਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਲੋਕਾਂ ਨੂੰ ਚੇਤਾਇਆ ਹੈ। ਬਾਈਡਨ ਨੇ ਕਿਹਾ ਕਿ ਵੈਕਸੀਨ ਨਾ ਲਗਵਾਉਣ ਵਾਲੇ ਲੋਕਾਂ ਨੂੰ ਇਸ ਸਰਦੀ ਵਿੱਚ ਗੰਭੀਰ ਬਿਮਾਰੀ ਅਤੇ ਮੌਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹਨਾਂ ਨੇ ਅਮਰੀਕਾ ਵਿੱਚ ਓਮਿਕਰੌਨ ਦੇ ਤੇਜ਼ੀ ਨਾਲ ਫੈਲਣ ਦਾ ਖਦਸ਼ਾ ਜਤਾਇਆ। ਮਹਾਮਾਰੀ ਨੂੰ ਲੈ ਕੇ ਮੈਡੀਕਲ ਮਾਹਰਾਂ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਕਿਹਾ ਕਿ ਦੇਸ਼ ਓਮਿਕਰੌਨ ਨਾਲ ਨਿਪਟਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਦੇਸ਼ ਵਿੱਚ ਬੂਸਟਰ ਡੋਜ਼ ਦਿੱਤੀ ਜਾ ਰਹੀ ਹੈ ਅਤੇ ਟਰੈਵਲ ਨੂੰ ਲੈ ਕੇ ਨਵੇਂ ਨਿਯਮ ਲਾਗੂ ਕੀਤੇ ਗਏ ਨੇ। 1 ਦਸੰਬਰ ਨੂੰ ਅਮਰੀਕਾ ਵਿੱਚ ਰੋਜ਼ਾਨਾ ਦੇ ਔਸਤ ਨਵੇਂ ਕੋਰੋਨਾ ਕੇਸਾਂ ਦੀ ਗਿਣਤੀ 86,000 ਸੀ, ਜੋ 14 ਦਸੰਬਰ ਨੂੰ 1,17,000 ਹੋ ਗਈ। ਕੋਰੋਨਾ ਦੇ ਨਵੇਂ ਵੇਰੀਐਂਟ ਓਮਿਕਰੌਨ ਦੇ ਕਾਰਨ ਮਹਾਮਾਰੀ ਦੀ ਚੌਥੀ ਲਹਿਰ ਦੇ ਕਰੀਬ ਪਹੁੰਚ ਚੁੱਕੇ ਯੂਰੋਪੀਅਨ ਕੰਟਰੀਜ਼ ਵਿੱਚ ਹੁਣ ਇਸ ਨਾਲ ਨਿਪਟਣ ਦੇ ਲਈ ਫਾਈਜ਼ਰ ਕੰਪਨੀ ਦੀ ਕੋਵਿਡ ਟੈਬਲੇਟ ਦਾ ਇਸਤੇਮਾਲ ਕੀਤਾ ਜਾਏਗਾ। यूरोपियन यूनियन के ड्रग्स रेगुलेटर ने इस टैबलेट की एमरजेंसी वरतों का अप्रूवल दे दिता है। अमेरिकी फार्मा कंपनी फाइजर ने इस हफ्ते दावा किया सी कि उन्होंने टैबलेट के इस्तेमाल नाल कोरोना के कारण हस्पताल विच भर्ती होने वाले अते मरण वाले लोगों की गिनती विच 90% तक कमी आएगी। यूरोपीयन मेडिसिन एजेंसी ने फाइजर की टैबलेट के एमरजेंसी वरतों की मंजूरी उन्होंने एडल्ट्स के लिए दी है जिन्हें ऑक्सीजन सप्लाई की जरूरत नहीं है, जिन्हां विच वायरस के वध के गंभीर होने की संभावना नहीं है। संयुक्त राज्य अमेरिका ने बुधवार ਨੂੰ ਚੀਨ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਰਾਸ਼ਟਰਪਤੀ ਜੋ ਬਾਈਡਨ ਨੇ ਇੱਕ ਕਾਰਜਕਾਰੀ ਆਦੇਸ਼ ਤੇ ਹਸਤਾਖਰ ਕਰਕੇ ਚੀਨ ਦੀ ਦਰਦ ਨਿਵਾਰਕ ਦਵਾਈ ਨਿਰਮਾਤਾ ਕੰਪਨੀਆਂ ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਨੇ। ਬਾਈਡਨ ਨੇ ਕਦਮ ਮਹਾਮਾਰੀ ਦਾ ਰੂਪ ਲੈਂਦੀ ਜਾ ਰਹੀ ਨਸ਼ੇ ਦੀ ਲੱਤ ਤੋਂ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਚੁੱਕਿਆ। ਪਾਬੰਦੀ ਨਾਲ ਜੁੜੇ ਰਾਸ਼ਟਰਪਤੀ ਬਾਈਡਨ ਦੇ ਇਸ ਨਵੇਂ ਕਾਰਜਕਾਰੀ ਆਦੇਸ਼ ਦਾ ਮਕਸਦ ਵਿਦੇਸ਼ੀ ਨਸ਼ਾ ਤਸਕਰਾਂ ਤੇ ਲਗਾਮ ਕੱਸਣਾ ਹੈ। ਵਿਦੇਸ਼ੀ ਮੰਤਰੀ ਬਲਿੰਕਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਕਦਮ ਨਸ਼ਾ ਤਸਕਰਾਂ ਦੀ ਕੌਮਾਂਤਰੀ ਸਪਲਾਈ ਲੜੀ ਅਤੇ ਵਿੱਤੀ ਨੈਟਵਰਕ ਦਾ ਲੱਕ ਤੋੜਨ ਵਿੱਚ ਅਮਰੀਕਾ ਦੇ ਲਈ ਮਦਦਗਾਰ ਸਾਬਤ ਹੋਏਗਾ। ਉਹ 4 ਚੀਨੀ ਰਸਾਇਣਕ ਕੰਪਨੀਆਂ ਤੇ ਇੱਕ ਵਿਅਕਤੀ ਚੁਆਨ ਫੈਟੀਯੁਕਤ ਤੇ ਪਾਬੰਦੀ ਲਗਾ ਰਿਹਾ ਹੈ। ਅਮਰੀਕਾ ਨੇ ਚੁਆਨ ਨੂੰ ਦੁਨੀਆ ਦਾ ਸਭ ਤੋਂ ਵੱਡਾ ਐਨਾਬੋਲਿਕ ਸਟੀਰॉयड ਦਾ ਨਿਰਮਾਤਾ ਦੱਸਦੇ ਹੋਏ ਉਸ ਦੀ ਗ੍ਰਿਫਤਾਰੀ ਲਈ $5 ਮਿਲੀਅਨ ਤੱਕ ਦੇ ਪੁਰਸਕਾਰ ਦੀ ਪੇਸ਼ਕਸ਼ ਕੀਤੀ ਸੀ। ਟ੍ਰੈਜ਼ਰੀ ਵਿਭਾਗ ਨੇ ਕਿਹਾ ਕਿ ਚੁਆਨ ਅਤੇ ਉਸ ਦੀ ਕੰਪਨੀ ਬੁਹਾਨ ਜੁਆਨਚੈਂਗ ਗੋਚੁਆਂਗ ਟੈਕਨੋਲੋਜੀ ਕੰਪਨੀ ਲਿਮਿਟਿਡ ਚੀਨ ਅਤੇ ਹਾਂਗਕਾਂਗ ਤੋਂ ਬਾਹਰ ਕੰਮ ਕਰਦੀ ਹੈ ਅਤੇ ਬਿਟਕੋਇਨ ਜਿਹੀ ਕ੍ਰਿਪਟੋਕਰੰਸੀ ਦਾ ਇਸਤੇਮਾਲ ਫੈਂਟਨਾਈਲ
ਸਟੈਰੋਇਡ ਅਤੇ ਡਰੱਗ ਕੰਪਾਊਂਡ ਦੇ ਕੌਮਾਂਤਰੀ ਸ਼ਿਪਮੈਂਟ ਵਿੱਚ ਕਰਦੀ ਹੈ। ਬਾਈਡਨ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਇਸ ਸੰਬੰਧ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਸੌਖਾ ਹੈ ਕਿ ਜ਼ਿਆਦਾਤਰ ਨਸ਼ੀਲੇ ਪਦਾਰਥ ਚੀਨ ਤੋਂ ਆਉਂਦੇ ਨੇ ਅਤੇ ਸਾਡੇ ਲਈ ਉਸ ਪਾਸੇ ਸੰਕੇਤ ਭੇਜਣਾ ਮਹੱਤਵਪੂਰਨ ਸੀ। ਟ੍ਰੈਜ਼ਰੀ ਵਿਭਾਗ ਨੇ ਮੈਕਸੀਕੋ ਵਿੱਚ 2 ਅਤੇ ਬ੍ਰਾਜ਼ੀਲ ਦੇ ਇੱਕ ਅਪਰਾਧਕ ਨਸ਼ਾ ਤਸਕਰ ਸਮੂਹ ਤੇ ਪਾਬੰਦੀ ਲਗਾਈ ਹੈ। ਇਹਨਾਂ ਪਾਬੰਦੀਆਂ ਦੇ ਤਹਿਤ ਚੁਆਨ ਅਤੇ ਇਹਨਾਂ ਸਮੂਹਾਂ ਨਾਲ ਜੁੜੀ ਸਾਰੀ ਜਾਇਦਾਦ ਬਲੌਕ ਕਰ ਦਿੱਤੀਆਂ ਗਈਆਂ ਨੇ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਅਤੇ 9ਵੀਂ ਚੀਕਾ ਜ਼ਿਲ੍ਹਾ ਕੈਥਲ ਹਰਿਆਣਾ ਵਿਖੇ ਸਨੀ ਓਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ ਪ੍ਰੋਫੈਸਰ SP ਸਿੰਘ ਓਬਰਾਏ ਵੱਲੋਂ ਕੀਤਾ ਗਿਆ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਿਹਤ ਸੇਵਾਵਾਂ ਸਲਾਹਕਾਰ ਡਾਕਟਰ ਦਲਜੀਤ ਸਿੰਘ ਗਿੱਲ, ਅੰਬਾਲਾ ਖੇਤਰ ਪ੍ਰਧਾਨ ਲਖਵਿੰਦਰ ਪਾਲ ਸਿੰਘ ਗਰੇਵਾਲ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਬਜੀਤ ਸਿੰਘ ਸਮੇਤ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੀ ਸਮੂਹ ਕੈਥਲ ਇਕਾਈ ਹਾਜ਼ਰ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ SP ਸਿੰਘ ਓਬਰਾਏ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਅਤੇ 9ਵੀਂ ਚੀਕਾ ਜ਼ਿਲ੍ਹਾ ਕੈਥਲ ਹਰਿਆਣਾ ਵਿਖੇ ਲੈਬੋਰਟਰੀਆਂ ਖੋਲੀਆਂ ਗਈਆਂ ਨੇ ਅਤੇ ਇਸ ਦੇ ਨਾਲ ਹੀ ਬੱਚਿਆਂ ਦੀ ਲੋੜ ਅਨੁਸਾਰ ਜਲਦ ਹੀ ਇੱਥੇ ਇੱਕ ਸਿਲਾਈ ਸੈਂਟਰ ਅਤੇ ਕੰਪਿਊਟਰ ਸੈਂਟਰ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਖੋਲਿਆ ਜਾਏਗਾ, ਜਿਸ ਵਿੱਚ ਸਿਖਲਾਈ ਬਿਲਕੁਲ ਮੁਫਤ ਹੋਏਗੀ ਅਤੇ ਨਾਲ ਹੀ ਟਰਸਟ ਵੱਲੋਂ ਸਥਾਪਿਤ ਸੈਂਟਰਾਂ 'ਚੋਂ ਮਾਨਤਾ ਪ੍ਰਾਪਤ 6-6 ਮਹੀਨੇ ਦਾ ਡਿਪਲੋਮਾ ਸਰਟੀਫਿਕੇਟ ਵੀ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ। ਡਾਕਟਰ ਓਬਰਾਏ ਨੇ ਉਦਘਾਟਨ ਸਮਾਰੋਹ ਵਿੱਚ ਆਏ ਕਿਸਾਨ ਯੂਨੀਅਨ ਦੇ ਸਮੂਹ ਮੈਂਬਰ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਦੇਸ਼ ਦੇ ਸਮੂਹ ਕਿਸਾਨ ਵੀਰਾਂ ਨੂੰ ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਤੇ ਵਧਾਈ ਦਿੱਤੀ। ਤੁਹਾਨੂੰ ਦੱਸ ਦਈਏ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਸਥਾਪਿਤ ਕੀਤੀਆਂ ਸਮੂਹ ਲੈਬੋਰਟਰੀਆਂ ਦਾ ਲਾਭ ਉਹਨਾਂ ਲੋਕਾਂ ਨੂੰ ਹੋਇਆ ਜਿਨ੍ਹਾਂ ਲਈ ਆਪਣੀ ਗੰਭੀਰ ਬਿਮਾਰੀਆਂ ਦਾ ਇਲਾਜ ਕਰਵਾਉਣਾ ਅੱਜ ਦੇ ਸਮੇਂ ਦੌਰਾਨ ਬਹੁਤ ਮਹਿੰਗਾ ਹੋਇਆ ਪਿਆ ਅਤੇ ਹੁਣ ਉਹ ਸੌਖੇ ਤਰੀਕੇ ਨਾਲ ਆਪਣਾ ਟੈਸਟ ਕਰਵਾ ਕੇ ਟਰਸਟ ਦੀਆਂ ਸਹੂਲਤਾਵਾਂ ਦਾ ਲਾਭ ਉਠਾ ਰਹੇ ਨੇ ਅਤੇ ਟਰਸਟ ਵੱਲੋਂ ਕਈ ਅਜਿਹੇ ਟੈਸਟ ਵੀ ਹਨ ਜੋ ਕਿ ਬਿਲਕੁਲ ਮੁਫਤ ਕੀਤੇ ਜਾ ਰਹੇ ਨੇ। ਦਾ ਬਹੁਤ ਧੰਨਵਾਦ ਆ ਕਿ ਇਹਨਾਂ ਦੇ ਸਹਿਯੋਗ ਨਾਲ ਜਿਹੜੀਆਂ ਨੇ ਇਹਨਾਂ ਨੇ ਬਿਲਡਿੰਗਸ ਤਿਆਰ ਕੀਤੀਆਂ ਤੇ ਲੈਬੋਰਟਰੀ ਸਾਰੀਆਂ ਖੁੱਲ ਚੁੱਕੀਆਂ ਨੇ। ਅੱਜ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਇੱਕ ਲੈਬੋਰਟਰੀ ਦਾ ਉਦਘਾਟਨ ਕਰ ਰਹੇ ਹਾਂ ਉੱਥੇ ਇੱਕ ਮਹਿਸੂਸ ਕੀਤਾ ਗਿਆ ਕਿ ਬੱਚਿਆਂ ਵਾਸਤੇ ਸਪੈਸ਼ਲੀ ਆਪਣੀ ਲੜਕੀਆਂ ਵਾਸਤੇ ਜਿਹੜਾ ਹੈ ਇੱਥੇ ਸਕੱਤਰ ਸਾਹਿਬ ਨੂੰ ਕਿਹਾ ਸੀ, ਉਹ ਕਹਿੰਦੇ ਵੀ ਜਗ੍ਹਾ ਹੈਗੀ ਸਾਡੇ ਕੋਲ। ਇੱਕ ਅਸੀਂ ਇੱਥੇ ਸਿਲਾਈ ਸੈਂਟਰ ਤੇ ਇੱਕ ਕੰਪਿਊਟਰ ਸੈਂਟਰ ਜਿਹੜਾ ਇਹ ਵੀ ਨਾਲ ਸਰਬੱਤ ਦੇ ਭਲਾ ਟਰਸਟ ਵੱਲੋਂ ਖੋਲ੍ਹ ਰਹੇ, ਜਿਹੜਾ ਕਿ ਬਿਲਕੁਲ ਫ੍ਰੀ ਹੋਏਗਾ ਔਰ ਬੱਚਿਆਂ ਨੂੰ ਜਿਹੜਾ 6-6 ਮਹੀਨੇ ਦੇ ਜਿਹੜੇ ਇਹਨਾਂ ਨੂੰ ਕਰਾ ਕੇ ਟ੍ਰੇਨਿੰਗ ਕਰਾ ਕੇ ਤੇ ਡਿਪਲੋਮਾ ਜਿਹੜੇ ਹੈਗੇ ਮਾਨਤਾ ਪ੍ਰਾਪਤ ਡਿਪਲੋਮਾ ਜਿਹੜੇ ਇਹ ਦਿੱਤੇ ਜਾਣਗੇ। ਕਿਸਾਨ ਯੂਨੀਅਨ ਦੇ ਵੀ ਅੱਜ ਮੈਂਬਰ ਸਾਰੇ ਆਏ ਹੋਏ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ 1 ਸਾਲ ਦੀ ਕੜੀ ਮਿਹਨਤ ਤੋਂ ਬਾਅਦ ਅੱਜ ਕਿਸਾਨ ਯੂਨੀਅਨ ਦੇ ਕਿਸਾਨ ਸਾਰੇ ਸਾਡੇ ਭਰਾ ਜਿਹੜੇ ਨੇ ਆਪਣੇ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਨੇ ਔਰ ਮੈਂ ਮੁਬਾਰਕਬਾਦ ਦਿੰਦਾ ਕਿ ਇਹ ਜਿਹੜੀ ਜਿੱਤ ਹੈ ਬੜੀ ਇਤਿਹਾਸਕ ਜਿੱਤ ਹੋਈ ਹੈ ਜਿਹਨੂੰ ਕਰਕੇ ਤੇ ਆਪਣੇ ਆਪਣੇ ਘਰਾਂ 'ਚ ਵਾਪਸ ਆਏ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਤੇ 9ਵੀਂ ਚੀਕਾ ਕੈਥਲ ਹਰਿਆਣਾ ਵਿਖੇ ਆਪਾਂ ਅੱਜ ਇੱਥੇ ਗੁਰਦੁਆਰਾ ਸਾਹਿਬ ਵਿਖੇ ਸਾਰੇ ਜੁੜ ਬੈਠੇ ਹਾਂ ਔਰ ਇਸ ਜਗ੍ਹਾ ਦੇ ਉੱਪਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਉਹਨਾਂ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ SP ਸਿੰਘ ਜੀ ਓਬਰਾਏ ਉਹਨਾਂ ਦੀ ਸਮੁੱਚੀ ਟੀਮ ਇੱਥੇ ਪਹੁੰਚੀ ਹੈ, ਜਿਨ੍ਹਾਂ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਮੈਡੀਕਲ ਲੈਬੋਰਟਰੀਆਂ ਜਿਹੜੀਆਂ ਖੋਲੀਆਂ ਜਾ ਰਹੀਆਂ ਔਰ ਅੱਜ ਇੱਕ ਲੈਬੋਰਟਰੀ ਜਿਹੜੀ ਇੱਥੇ ਗੁਰਦੁਆਰਾ ਸਾਹਿਬ ਵਿਖੇ ਖੋਲੀ ਗਈ ਉਹਦਾ ਉਦਘਾਟਨ ਉਹਨਾਂ ਨੇ ਆਪਣੇ ਕਰ ਕਮਲਾਂ ਨਾਲ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ, ਬੀਬੀ ਬਲਜਿੰਦਰ ਕੌਰ ਜੀ ਖਾਲਸਾ ਜੋ ਸਾਡੇ ਮੈਂਬਰ ਨੇ ਧਰਮ ਪ੍ਰਚਾਰ ਕਮੇਟੀ ਦੇ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੇ ਕਿਸਾਨ ਯੂਨੀਅਨ ਵਾਲੇ ਵੀਰ ਤੇ ਇੱਥੋਂ ਲੋਕਲ ਸੰਗਤਾਂ ਨੇ ਰਲ ਮਿਲ ਕੇ ਇਹਦਾ ਜਿਹੜਾ ਉਦਘਾਟਨ ਹੈ ਉਹ ਕੀਤਾ, ਜਿਹਦੀ ਕਿ ਲੋੜਵੰਦਾਂ ਨੂੰ ਬਹੁਤ ਜ਼ਿਆਦਾ ਜਿਹੜੀ ਆ ਉਹ ਸਹੂਲਤ ਹੋਵੇਗੀ। ਬਹੁਤ ਹੀ ਵਾਜਬ ਰੇਟਾਂ ਤੇ ਭਾਵ ਕਿ ਫਰੀ ਵਾਂਗੂ ਜਿਹੜੇ ਟੈਸਟ ਆ ਇੱਥੇ ਹੋਣਗੇ। ਅਮਰੀਕਾ ਨੇ ਅਰਬ ਸਾਗਰ ਦੀ ਅਦਨ ਦੀ ਖਾੜੀ ਵਿੱਚ ਹਾਈ એનર્ਜੀ ਲੇਜ਼ਰ ਹਥਿਆਰ ਪ੍ਰਣਾਲੀ ਦਾ ਟੈਸਟ ਕੀਤਾ। ਇਹ ਇੱਕ ਅਜਿਹਾ ਖਤਰਨਾਕ ਸਿਸਟਮ ਹੈ ਜੋ ਦੁਸ਼ਮਣ ਦੇਸ਼ ਦੀ ਮਿਜ਼ਾਈਲ ਜਹਾਜ਼ ਅਤੇ ਡਰੋਨ ਨੂੰ ਲੰਬੀ ਦੂਰੀ ਤੋਂ ਪਲਕ ਝਪਕਦੇ ਹੀ ਤਬਾਹ ਕਰ ਸਕਦਾ ਹੈ। ਇਸ ਨਾਲ ਚੀਨ ਅਤੇ ਰੂਸ ਦੀ ਟੈਂਸ਼ਨ ਵੱਧ ਗਈ ਹੈ। ਅਮਰੀਕੀ ਸਮੁੰਦਰੀ ਫੌਜ ਦੀ ਨੇਵਲ ਫੋਰਸ ਸੈਂਟਰਲ ਕਮਾਂਡ ਨੇ ਐਲਾਨ ਕਰਦੇ ਹੋਏ ਦੱਸਿਆ ਕਿ ਉਸਨੇ ਇੱਕ ਨਵੇਂ ਹਾਈ એનર્ਜੀ ਵਾਲੇ ਲੇਜ਼ਰ ਹਥਿਆਰ ਦਾ ਪ੍ਰੀਖਣ ਕੀਤਾ ਹੈ ਜੋ ਸਫਲ ਵੀ ਰਿਹਾ। ਹਥਿਆਰ ਦਾ ਕੰਮ ਦਾ ਹੀ ਹੈ। ਇਸ ਦਾ ਜਿਸ ਥਾਂ ਤੇ ਪ੍ਰੀਖਣ ਕੀਤਾ ਗਿਆ
ਉਹ ਵੀ ਰਣਨੀਤਿਕ ਰੂਪ ਨਾਲ ਬੇहद ਅਹਿਮ ਮੰਨਿਆ ਜਾਂਦਾ ਹੈ। ਯੂਐਸ ਨੇਵੀ ਨੇ ਦੱਸਿਆ ਕਿ ਉਸਨੇ ਆਪਣੇ ਜਹਾਜ਼ USS ਪੋਰਟਲੈਂਡ ਦੀ ਅਦਨ ਦੀ ਖਾੜੀ ਵਿੱਚ ਨਿਯੁਕਤੀ ਦੌਰਾਨ 14 ਦਸੰਬਰ ਨੂੰ ਹਾਈ ਐਨਰਜੀ ਲੇਜ਼ਰ ਹਥਿਆਰ ਪ੍ਰਣਾਲੀ ਦਾ ਪਰੀਖਣ ਕੀਤਾ ਹੈ। ਇਸ ਵਿੱਚ ਪੋਰਟਲੈਂਡ ਵਿੱਚ ਤਾਇਨਾਤ ਸਾਲਡ ਸਟੇਟ ਲੇਜ਼ਰ ਟੈਕਨੋਲੋਜੀ ਮਿਊਟੇਸ਼ਨ ਲੇਜ਼ਰ ਵੈਪਨ ਸਿਸਟਮ ਡੈਮੋਨਸਟ੍ਰੇਟਰ ਮਾਰਕ 2 ਨੇ ਇੱਕ ਸਥਿਤ ਸਤ੍ਹਾ ਨਿਸ਼ਾਨੇ ਨੂੰ ਸਫਲਤਾਪੂਰਵਕ ਨਸ਼ਟ ਕਰ ਦਿੱਤਾ ਹੈ। ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਮਾਹਿਰਾਂ ਦੀ ਸਲਾਹਕਾਰ ਕਮੇਟੀ ਨੇ ਸਿਫਾਰਿਸ਼ ਕੀਤੀ ਹੈ ਕਿ ਬਾਲਗਾਂ ਵਾਸਤੇ ਫਾਈਜ਼ਰ ਤੇ ਮਾਡਰਨਾ ਕੋਵਿਡ ਵੈਕਸੀਨ ਨੂੰ ਜੌਨਸਨ ਐਂਡ ਜੌਨਸਨ ਕੰਪਨੀ ਦੀ ਕੋਵਿਡ ਵੈਕਸੀਨ ਦੇ ਮੁਕਾਬਲੇ ਤਰਜੀਹ ਦਿੱਤੀ ਜਾਵੇ। ਸਿਫਾਰਿਸ਼ ਵਿੱਚ ਕਿਹਾ ਗਿਆ ਹੈ ਕਿ ਜੌਨਸਨ ਐਂਡ ਜੌਨਸਨ ਵੈਕਸੀਨ ਵਿੱਚ ਹਾਲਾਂਕਿ ਖੂਨ ਦੇ ਧੱਬੇ ਬਣਨ ਦੇ ਮਾਮਲੇ ਬਹੁਤ ਘੱਟ ਹਨ, ਪਰ ਇਹ ਖਤਰਨਾਕ ਹਨ। ਕਮੇਟੀ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਅੰਦਾਜ਼ਨ 1.7 ਕਰੋੜ ਲੋਕਾਂ ਨੂੰ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਲਗਾਈ ਗਈ ਹੈ, ਜਿਨ੍ਹਾਂ ਵਿੱਚੋਂ 9 ਜਣਿਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਦੀ ਉਮਰ 45 ਸਾਲ ਦੇ ਕਰੀਬ ਸੀ ਤੇ ਇਹਨਾਂ ਵਿੱਚ 7 ਔਰਤਾਂ ਤੇ 2 ਮਰਦ ਸ਼ਾਮਲ ਸਨ। ਇਹ ਸਾਰੇ ਗੈਰ ਹਿਸਪੈਨਿਕ ਵਾਈਟ ਸਨ। ਭਾਰਤੀ ਮੂਲ ਦਾ ਅਮਰੀਕੀ ਨੀਲ ਪਟੇਲ ਕੇਂਦਰੀ ਓਯੋ ਤੋਂ US ਸੈਨੇਟ ਦੀ ਚੋਣ ਲੜ ਰਿਹਾ। ਭਾਈਚਾਰੇ ਵਿੱਚ ਜਾਣੇ ਪਛਾਣੇ ਨੀਲ ਪਟੇਲ ਨੇ ਕਿਹਾ ਹੈ ਕਿ ਜੇਕਰ ਉਹ ਚੋਣ ਜਿੱਤ ਗਿਆ ਤਾਂ ਉਹ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗਾ ਕਿ ਹਰ ਓਯੋ ਵਾਸੀ ਨੂੰ ਖੁਸ਼ਹਾਲੀ ਤੇ ਤਰੱਕੀ ਦੇ ਬਰਾਬਰ ਮੌਕੇ ਮਿਲਣ। ਉਹ ਅਮਰੀਕੀ ਕਦਰਾਂ ਕੀਮਤਾਂ ਦੀ ਰਾਖੀ ਕਰਨਗੇ, ਜਿਨ੍ਹਾਂ ਦੀ ਕਿ ਵਿਸ਼ਵ ਵਿੱਚ ਮਿਸਾਲ ਦਿੱਤੀ ਜਾਂਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਨੀਲ ਪਟੇਲ ਪਿਛਲੇ 3 ਦਹਾਕਿਆਂ ਤੋਂ ਕਾਰੋਬਾਰ ਚਲਾ ਰਹੇ ਨੇ ਅਤੇ ਉਹਨਾਂ ਦੀਆਂ ਕੇਂਦਰੀ ਓਯੋ ਵਿੱਚ ਕਈ ਛੋਟੀਆਂ ਕੰਪਨੀਆਂ ਨੇ, ਜਿਨ੍ਹਾਂ ਵਿੱਚ 1000 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਨੇ। ਪਟੇਲ ਦੀ ਵੈਬਸਾਈਟ ਅਨੁਸਾਰ ਉਹ ਇੱਕ ਸਮਾਜ ਸੇਵੀ ਹੈ ਜੋ ਲੋਕਾਂ ਨੂੰ ਸਮਰਪਿਤ ਹਨ। ਉਹ ਜਦੋਂ ਅਮਰੀਕਾ ਆਏ ਸਨ ਤਾਂ ਉਹਨਾਂ ਦੀ ਜੇਬ ਵਿੱਚ ਕੇਵਲ $20 ਸਨ। ਉਹਨਾਂ ਨੇ ਗਲੀਆਂ ਫੇਰੀ ਲਾਈ ਅਤੇ ਹੌਲੀ-ਹੌਲੀ ਇਸ ਮੁਕਾਮ ਉੱਪਰ ਪਹੁੰਚੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਨ F ਕੈਨੇਡੀ ਦੇ 1963 ਵਿੱਚ ਹੋਏ ਕਤਲ ਮਾਮਲੇ ਦੀ ਸਰਕਾਰੀ ਜਾਂਚ ਨਾਲ ਜੁੜੇ ਲਗਭਗ 1500 ਦਸਤਾਵੇਜ਼ ਕੌਮੀ ਪੁਰਾਤਤਵ ਵਿਭਾਗ ਨੇ ਜਨਤਕ ਕਰ ਦਿੱਤੇ ਨੇ। ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਸੰਬੰਧ ਵਿੱਚ ਅਕਤੂਬਰ ਵਿੱਚ ਸਮਾਂ ਸੀਮਾ ਤੈਅ ਕੀਤੀ ਸੀ, ਜਿਸ ਦੇ ਤਹਿਤ ਹੀ ਇਨ੍ਹਾਂ ਗੁਪਤ ਦਸਤਾਵੇਜ਼ਾਂ ਨੂੰ ਜਨਤਕ ਕੀਤਾ ਗਿਆ। ਅਮਰੀਕਾ ਵਿੱਚ ਇਹ ਕਦਮ ਇੱਕ ਫੈਡਰਲ ਕਾਨੂੰਨ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ, ਜੋ ਸਰਕਾਰ ਕੋਲ ਮੌਜੂਦ ਦਸਤਾਵੇਜ਼ਾਂ ਨੂੰ ਜਨਤਕ ਕਰਨ ਨਾਲ ਜੁੜਿਆ ਹੈ। ਅਜੇ ਤਤਕਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਨ੍ਹਾਂ ਦਸਤਾਵੇਜ਼ਾਂ ਦੇ ਖੁਲਾਸੇ ਤੋਂ ਬਾਅਦ 22 ਨਵੰਬਰ 1963 ਨੂੰ ਬੰਦੂਕਧਾਰੀ ਲੀ ਹਾਰਵੇ ਵੱਲੋਂ ਡਲਾਸ ਵਿੱਚ ਜੌਨ ਕੈਨੇਡੀ ਦੇ ਕਤਲ ਮਾਮਲੇ ਵਿੱਚ ਆਮ ਲੋਕਾਂ ਦੀ ਸੋਚ ਵਿੱਚ ਕੋਈ ਤਬਦੀਲੀ ਆ ਸਕਦੀ ਹੈ ਜਾਂ ਨਹੀਂ। ਦਸਤਾਵੇਜ਼ਾਂ ਵਿੱਚ CIA ਦੇ ਕੇਬਲ ਅਤੇ ਇਸ਼ਤਿਹਾਰ ਸ਼ਾਮਲ ਨੇ, ਜਿਨ੍ਹਾਂ ਵਿੱਚ ਓਸਵਾਲਡ ਵੱਲੋਂ ਕੀਤੇ ਗਏ ਖੁਲਾਸੇ ਤੇ ਚਰਚਾ ਦਾ ਬਿਊਰਾ ਹੈ। ਹਾਲਾਂਕਿ ਇਹਨਾਂ ਵਿੱਚ ਮੈਕਸੀਕੋ ਸਿਟੀ ਵਿੱਚ ਸੋਵੀਅਤ ਸੰਘ ਅਤੇ ਕਿਊਬਾ ਦੇ ਦੂਤਾਵਾਸਾਂ ਦੇ ਦੌਰੇ ਦੇ ਨਾਲ-ਨਾਲ ਕਤਲ ਤੋਂ ਬਾਅਦ ਦੇ ਦਿਨਾਂ ਵਿੱਚ ਕੈਨੇਡੀ ਦੀ ਹੱਤਿਆ 'ਚ ਕਿਊਬਾ ਦੀ ਭਾਈਵਾਲੀ ਵੀ ਸੰਭਾਵਨਾ ਬਾਰੇ ਸਪਸ਼ਟ ਤੌਰ ਤੇ ਕੁਝ ਵੀ ਨਹੀਂ ਕਹਿ ਗਿਆ ਹੈ। ਵਧੀਕ ਦਸਤਾਵੇਜ਼ਾਂ ਨੂੰ ਅਗਲੇ ਸਾਲ ਜਨਤਕ ਕੀਤੇ ਜਾਣ ਦੀ ਸੰਭਾਵਨਾ ਹੈ। ਰਾਸ਼ਟਰਪਤੀ ਜੋ ਬਾਈਡਨ ਨੇ ਐਲਾਨ ਕੀਤਾ ਹੈ ਕਿ ਉਹ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਸ਼ਾਸਨ ਦੇ ਦੌਰਾਨ ਜਾਪਾਨ ਵਿੱਚ ਰਾਜਦੂਤ ਦੇ ਰੂਪ ਵਿੱਚ ਸੇਵਾ ਦੇਣ ਵਾਲੀ ਮਰਹੂਮ ਰਾਸ਼ਟਰਪਤੀ ਜੌਨ ਕੈਨੇਡੀ ਦੀ ਬੇਟੀ ਕੈਰੋਲਿਨ ਕੈਨੇਡੀ ਨੂੰ ਆਸਟ੍ਰੇਲੀਆ ਵਿੱਚ ਰਾਜਦੂਤ ਦੇ ਤੌਰ ਤੇ ਨਾਮਜ਼ਦ ਕਰ ਰਹੇ ਨੇ। ਬਾਈਡਨ ਨੇ ਅਮਰੀਕੀ ਓਲੰਪਿਕ ਸਕੇਟਰ ਮਿਸ਼ੇਲ ਕਬਾਨ ਨੂੰ ਬੈਲੀਜ਼ ਵਿੱਚ ਆਪਣੇ ਮੁੱਖ ਦੂਤ ਦੇ ਰੂਪ ਵਿੱਚ ਸੇਵਾ ਕਰਨ ਲਈ ਵੀ ਨਾਮਜ਼ਦ ਕੀਤਾ ਹੈ। ਕੈਰੋਲਿਨ ਕੈਨੇਡੀ ਨੇ ਕਿਹਾ ਕਿ ਜੇਕਰ ਮੇਰੇ ਨਾਮ ਦੀ ਮਨਜ਼ੂਰੀ ਮਿਲੀ ਤਾਂ ਮੈਂ ਅਮਰੀਕਾ ਆਸਟ੍ਰੇਲੀਆ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਸਖਤ ਮਿਹਨਤ ਕਰਾਂਗੀ। ਬਾਈਡਨ ਨੇ ਕੈਨੇਡੀ ਪਰਿਵਾਰ ਦੇ ਇੱਕ ਹੋਰ ਮੈਂਬਰ ਪੇਸ਼ੇ ਵਜੋਂ ਵਕੀਲ ਅਤੇ MP ਟੇਟ ਕੈਨੇਡਾ ਦੀ ਵਿਬਦਾ ਵਿਕਟੋਰੀਆ ਕੈਨੇਡੀ ਨੂੰ ਵੀ ਆਸਟ੍ਰੇਲੀਆ ਵਿੱਚ ਆਪਣੇ ਰਾਜਦੂਤ ਦੇ ਰੂਪ ਵਿੱਚ ਨਿਯੁਕਤ ਕੀਤਾ ਹੈ। ਸੈਨੇਟ ਵਿੱਚ ਅਕਤੂਬਰ ਵਿੱਚ ਉਹਨਾਂ ਦੇ ਨਾਮ ਦੀ ਪੁਸ਼ਟੀ ਹੋ ਚੁੱਕੀ ਹੈ। ਸੋਸ਼ਲ ਮੀਡੀਆ ਪਲੇਟਫਾਰਮ TikTok ਤੇ ਧਮਾਕੇ ਦੇ ਚੈਲੰਜ ਮਿਲਣ ਤੋਂ ਬਾਅਦ ਪੂਰੇ ਅਮਰੀਕਾ ਵਿੱਚ ਸਕੂਲਾਂ ਨੂੰ ਅਲਰਟ ਤੇ ਰੱਖਿਆ ਗਿਆ। ਕਈ ਸਕੂਲਾਂ ਨੂੰ ਬੰਦ ਵੀ ਕਰ ਦਿੱਤਾ ਗਿਆ ਹੈ। TikTok ਤੇ ਸਕੂਲ ਵਿੱਚ ਗੋਲਾਬਾਰੀ ਅਤੇ ਧਮਾਕਾ ਕਰਨ ਦਾ ਚੈਲੰਜ ਦਿੱਤਾ ਗਿਆ, ਜਿਸ ਤੋਂ ਬਾਅਦ ਕਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ। ਧਮਕੀ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਗਿਆ, ਜਿਸ ਕਾਰਨ ਬੱਚਿਆਂ ਦੇ ਮਾਪੇ ਅਤੇ ਸਕੂਲ ਸੰਚਾਲਕ ਟੈਨਸ਼ਨ ਵਿੱਚ ਸਨ। TikTok ਤੇ ਵਾਇਰਲ ਕੀਤੇ ਗਏ ਇਸ ਧਮਕੀ ਭਰੇ ਵੀਡੀਓ ਨਾਲ ਇੱਕ ਪਾਸੇ ਜਿੱਥੇ ਸਕੂਲ ਸੰਚਾਲਕ, ਵਿਦਿਆਰਥੀ ਅਤੇ ਮਾਪੇ ਟੈਨਸ਼ਨ ਵਿੱਚ ਨੇ, ਉੱਥੇ ਅਧਿਕਾਰੀਆਂ ਨੇ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ ਹੈ। ਬਾਵਜੂਦ ਇਸ ਦੇ ਕਈ ਸਕੂਲ ਬੰਦ ਨੇ ਅਤੇ ਬੱਚਿਆਂ ਨੂੰ ਫਿਲਹਾਲ ਸਕੂਲ ਨਹੀਂ ਆਉਣ ਲਈ ਕਿਹਾ ਗਿਆ ਹੈ। ਇਸ ਮਾਮਲੇ ਕਾਰਨ ਮਾਪੇ ਵੀ ਪਰੇਸ਼ਾਨ, ਲਿਹਾਜ਼ਾ ਐਰੀਜ਼ੋਨਾ, ਕਨੈਕਟਿਕਟ, ਇਲੀਨੋਇਸ, ਮੋਂਟਾਨਾ, ਨਿਊਯਾਰਕ ਅਤੇ ਪੈਂਸਿਲਵੇਨੀਆ ਜਿਹੇ ਰਾਜਾਂ ਵਿੱਚ ਸਕੂਲ ਕੰਪਲੈਕਸਾਂ ਵਿੱਚ ਪੁਲਿਸ ਦੀ ਹਾਜ਼ਰੀ ਵਧਾ ਦਿੱਤੀ ਗਈ ਹੈ। ਦਰਜਨਾਂ ਸਕੂਲਾਂ ਨੇ ਧਮਕੀ ਤੋਂ ਡਰ ਕੇ ਵਿਦਿਆਰਥੀਆਂ ਨੂੰ ਘਰ ਤੇ ਹੀ ਰਹਿਣ ਲਈ
ਕਹਿ ਦਿੱਤਾ ਹੈ ਅਤੇ ਸੁਰੱਖਿਆ ਮਿਲਣ ਤੋਂ ਬਾਅਦ ਵੀ ਸਕੂਲ ਖੋਲਣ ਦੀ ਗੱਲ ਕਹੀ ਹੈ। ਟਿਕਟੌਕ ਤੇ ਗੁਮਨਾਮ ਰੂਪ ਨਾਲ ਧਮਕੀ ਭਰਿਆ ਪੋਸਟ ਕੀਤਾ ਗਿਆ। ਅਧਿਕਾਰੀਆਂ ਦਾ ਮੰਨਣਾ ਹੈ ਕਿ ਵੀਡੀਓ ਨੂੰ ਅਮਰੀਕੀ ਰਾਜ ਐਰੀਜ਼ੋਨਾ ਵਿੱਚ ਬਣਾਇਆ ਗਿਆ ਹੈ ਅਤੇ ਉੱਥੋਂ ਹੀ ਵਾਇਰਲ ਕੀਤਾ ਗਿਆ। ਪੁਲਿਸ ਅਧਿਕਾਰੀ ਮਾਪਿਆਂ ਨੂੰ ਇਹ ਕਹਿ ਕੇ ਭਰੋਸੇ ਵਿੱਚ ਲੈ ਰਹੇ ਨੇ ਕਿ ਵਾਇਰਲ ਪੋਸਟ ਨੂੰ ਭਰੋਸੇਯੋਗ ਨਹੀਂ ਮੰਨਿਆ ਜਾਂਦਾ। ਇਸ ਵਿਚਾਲੇ ਟਿਕਟੌਕ ਨੇ ਕਿਹਾ ਕਿ ਉਹ ਜਾਂਚ ਵਿੱਚ ਏਜੰਸੀਆਂ ਦੇ ਨਾਲ ਸਹਿਯੋਗ ਕਰ ਰਿਹਾ। ਸੋਸ਼ਲ ਮੀਡੀਆ ਕੰਪਨੀ ਟਿਕਟੌਕ ਨੇ ਕਿਹਾ ਕਿ ਅਸੀਂ ਅਫਵਾਹ ਵਾਲੇ ਖਤਰਿਆਂ ਨੂੰ ਵੀ ਬੇहद ਗੰਭੀਰਤਾ ਨਾਲ ਸੰਭਾਲਦੇ ਹਾਂ। ਇਹੀ ਕਾਰਨ ਹੈ ਕਿ ਅਸੀਂ ਸਕੂਲਾਂ ਵਿੱਚ ਸੰਭਾਵਤ ਹਿੰਸਾ ਦੇ ਬਾਰੇ ਵਿੱਚ ਚੇਤਾਵਨੀ ਭਰਿਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੇ ਨਾਲ ਕੰਮ ਕਰ ਰਹੇ ਹਾਂ। ਬੇਸ਼ੱਕ ਕਿ ਸਾਨੂੰ ਅਜਿਹੇ ਖਤਰਿਆਂ ਦੇ ਸਬੂਤ ਨਹੀਂ ਮਿਲੇ ਹਨ ਜੋ ਟਿਕਟੌਕ ਦੇ ਜ਼ਰੀਏ ਫੈਲ ਰਹੇ ਹਨ। ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਸਮੂਹ ਪਾਕਿਸਤਾਨ ਦੀ ਧਰਤੀ ਤੋਂ ਆਪਣੀਆਂ ਗਤੀਵਿਧੀਆਂ ਜਾਰੀ ਰੱਖੇ ਹੋਏ ਨੇ। ਪਾਕਿਸਤਾਨ ਨੇ ਜੈਸ਼-ਏ-ਮੁਹੰਮਦ ਦੇ ਸੰਸਥਾਪਕ ਅਤੇ ਸੰਯੁਕਤ ਰਾਸ਼ਟਰ ਦੁਆਰਾ ਘੋਸ਼ਿਤ ਅੱਤਵਾਦੀ ਮਸੂਦ ਅਜ਼ਹਰ ਅਤੇ 2008 ਦੇ ਬੰਬਈ ਹਮਲੇ ਦੇ ਪ੍ਰੋਜੈਕਟ ਮੈਨੇਜਰ ਸਾਜਿਦ ਮੀਰ ਸਮੇਤ ਹੋਰ ਅੱਤਵਾਦੀਆਂ ਵਿਰੁੱਧ ਵੀ ਕਾਰਵਾਈ ਨਹੀਂ ਕੀਤੀ ਹੈ। ਇਹ ਗੱਲ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਅੱਤਵਾਦ ਤੇ ਜਾਰੀ ਨਵੀਂ ਰਿਪੋਰਟ ਵਿੱਚ ਕਹੀ ਗਈ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਜਾਰੀ ਕੀਤੀ ਅੱਤਵਾਦ ਤੇ ਕੰਟਰੀ ਰਿਪੋਰਟ 2020 ਵਿੱਚ ਕਿਹਾ ਕਿ ਖੇਤਰੀ ਤੌਰ ਤੇ ਅੱਤਵਾਦੀ ਸਮੂਹ ਪਾਕਿਸਤਾਨ ਤੋਂ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਨੇ। ਰਿਪੋਰਟ ਮੁਤਾਬਕ ਅਫਗਾਨ ਤਾਲਿਬਾਨ ਅਤੇ ਇਸ ਨਾਲ ਜੁੜੇ ਹੱਕਾਨੀ ਨੈਟਵਰਕ ਸਮੇਤ ਅਫਗਾਨਿਸਤਾਨ ਨੂੰ ਨਿਸ਼ਾਨਾ ਬਣਾਉਣ ਵਾਲੇ ਸਮੂਹਾਂ ਦੇ ਨਾਲ ਹੀ ਭਾਰਤ ਨੂੰ ਨਿਸ਼ਾਨਾ ਬਣਾ ਰਹੇ ਲਸ਼ਕਰ-ਏ-ਤੌਇਬਾ ਅਤੇ ਉਸ ਨਾਲ ਜੁੜੇ ਸੰਗਠਨ ਅਤੇ ਜੈਸ਼-ਏ-ਮੁਹੰਮਦ ਸਮੇਤ ਹੋਰ ਅੱਤਵਾਦੀ ਸਮੂਹਾਂ ਨੇ ਪਾਕਿਸਤਾਨ ਦੀ ਜ਼ਮੀਨ ਤੋਂ ਆਪਣਾ ਕੰਮ ਜਾਰੀ ਰੱਖਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਜੈਸ਼ ਦੇ ਸੰਸਥਾਪਕ ਅਤੇ ਸੰਯੁਕਤ ਰਾਸ਼ਟਰ ਦੁਆਰਾ ਘੋਸ਼ਿਤ ਅੱਤਵਾਦੀ ਅਜ਼ਹਰ ਅਤੇ 2008 ਦੇ ਮੁੰਬਈ ਹਮਲੇ ਦੇ ਪ੍ਰੋਜੈਕਟ ਮੈਨੇਜਰ ਮੀਰ ਆਫ ਵਰਗੇ ਹੋਰ ਲੜਿੰਦੇ ਅੱਤਵਾਦੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਜ਼ਹਰ ਅਤੇ ਮੀਰ ਦੋਵੇਂ ਪਾਕਿਸਤਾਨ 'ਚ ਖੁੱਲ੍ਹੇਆਮ ਘੁੰਮ ਰਹੇ ਨੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫਰਵਰੀ ਅਤੇ ਫਿਰ ਨਵੰਬਰ ਵਿੱਚ ਲਾਹੌਰ ਦੀ ਇੱਕ ਅੱਤਵਾਦ ਵਿਰੋਧੀ ਅਦਾਲਤ ਨੇ ਲਸ਼ਕਰ-ਏ-ਤੌਇਬਾ ਦੇ ਸੰਸਥਾਪਕ ਹਾਫਿਜ਼ ਸਈਦ ਨੂੰ ਅੱਤਵਾਦ ਨੂੰ ਵਿੱਤ ਪੋਸ਼ਣ ਦੇ ਕਈ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਅਤੇ ਉਸ ਨੂੰ 5.5 ਸਾਲ ਦੀ ਸਜ਼ਾ ਸੁਣਾਈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ 2020 ਵਿੱਚ ਵਿੱਤੀ ਐਕਸ਼ਨ ਟਾਸਕ ਫੋਰਸ ਐਕਸ਼ਨ ਪਲਾਨ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਵਾਧੂ ਤਰੱਕੀ ਕੀਤੀ ਹੈ, ਪਰ ਉਸਨੇ ਸਾਰੀਆਂ ਕਾਰਜ ਯੋਜਨਾਵਾਂ ਨੂੰ ਪੂਰਾ ਨਹੀਂ ਕੀਤਾ ਅਤੇ ਉਹ FATF ਦੀ ਗ੍ਰੇ ਸੂਚੀ ਵਿੱਚ ਬਣਿਆ ਹੋਇਆ ਹੈ। ਭਾਰਤ ਵਿੱਚ ਵੀ ਹੁਣ ਕੋਰੋਨਾ ਦੇ ਨਵੇਂ ਵੇਰੀਐਂਟ ਓਮਿਕਰੌਨ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗੇ ਨੇ। BMC ਨੇ ਕਿਹਾ ਹੈ ਕਿ ਅਮਰੀਕਾ ਦੇ ਨਿਊਯਾਰਕ ਤੋਂ ਬੰਬਈ ਪਰਤਿਆ 29 ਸਾਲਾ ਇੱਕ ਵਿਅਕਤੀ ਓਮਿਕਰੌਨ ਨਾਲ ਪੀੜਤ ਪਾਇਆ ਗਿਆ, ਹਾਲਾਂਕਿ ਉਸ ਵਿਅਕਤੀ ਵਿੱਚ ਕੋਈ ਲੱਛਣ ਨਹੀਂ ਹਨ। ਅੱਗੇ BMC ਨੇ ਕਿਹਾ ਕਿ ਇਸ ਵਿਅਕਤੀ ਨੇ ਫਾਈਜ਼ਰ ਕੋਰੋਨਾ ਵਾਇਰਸ ਵੈਕਸੀਨ ਦੀ 3 ਖੁਰਾਕਾਂ ਲਈਆਂ ਸੀ। ਉਹ 9 ਨਵੰਬਰ ਨੂੰ ਹਵਾਈ ਅੱਡੇ ਤੇ ਜਾਂਚ ਦੌਰਾਨ ਕੋਰੋਨਾ ਨਾਲ ਪੀੜਤ ਪਾਇਆ ਗਿਆ ਸੀ। ਇਸ ਤੋਂ ਬਾਅਦ ਉਸ ਦੇ ਨਮੂਨੇ ਨੂੰ ਜੀਨੋਮ ਸੀਕੁਐਂਸਿੰਗ ਦੇ ਲਈ ਭੇਜਿਆ ਗਿਆ, ਜਿਸ ਵਿੱਚ ਉਸ ਦੀ ਰਿਪੋਰਟ ਪੋਜ਼ਿਟਿਵ ਆਈ। BMC ਨੇ ਕਿਹਾ ਕਿ ਉਸ ਦੇ ਸੰਪਰਕ ਵਿੱਚ ਆਉਣ ਵਾਲੇ 2 ਲੋਕਾਂ ਦਾ ਵੀ ਪਰੀਖਣ ਕੀਤਾ ਗਿਆ, ਜਿਸ ਵਿੱਚੋਂ ਨੈਗੇਟਿਵ ਪਾਏ ਗਏ। ਉਸ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਉਸ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਉਸ ਵਿੱਚ ਅਜੇ ਤੱਕ ਕੋਈ ਲੱਛਣ ਨਹੀਂ ਹਨ। ਦੇਸ਼ ਦੀ ਆਰਥਿਕ ਰਾਜਧਾਨੀ ਵਿੱਚ ਓਮਿਕਰੌਨ ਪੀੜਤਾਂ ਦੀ ਗਿਣਤੀ 15 ਹੋ ਗਈ ਹੈ, ਜਿਨ੍ਹਾਂ ਵਿੱਚ 5 ਬੰਬਈ ਤੋਂ ਬਾਹਰ ਦੇ ਹਨ, ਲੇਕਿਨ ਇਹਨਾਂ ਵਿੱਚੋਂ 13 ਮਰੀਜ਼ਾਂ ਨੂੰ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਅਜੇ ਤੱਕ ਓਮਿਕਰੌਨ ਪੀੜਤਾਂ ਵਿੱਚ ਕੋਈ ਗੰਭੀਰ ਲੱਛਣ ਨਹੀਂ ਪਾਏ ਗਏ। ਮਹਾਰਾਸ਼ਟਰ ਵਿੱਚ ਓਮਿਕਰੌਨ ਮਰੀਜ਼ਾਂ ਦੀ ਗਿਣਤੀ 40 ਤੱਕ ਪਹੁੰਚ ਗਈ ਹੈ। ਬੰਬਈ ਵਿੱਚ 16 ਦਸੰਬਰ ਤੋਂ 31 ਦਸੰਬਰ ਤੱਕ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਧਾਰਾ 144 ਨੂੰ ਲੈ ਕੇ ਬੰਬਈ ਪੁਲਿਸ ਨੇ ਕਿਹਾ ਹੈ ਕਿ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਦੇ ਤਹਿਤ ਕ੍ਰਿਸਮਸ ਅਤੇ ਨਵੇਂ ਸਾਲ ਨੂੰ ਦੇਖਦੇ ਹੋਏ ਸ਼ਹਿਰ ਵਿੱਚ ਵੱਡੇ ਸਮਾਰੋਹਾਂ ਤੇ ਪਾਬੰਦੀ ਲਾਗੂ ਰਹੇਗੀ। ਗਲੋਬਲ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵਿੱਚ ਹੁਣ ਤੱਕ 66 ਭਾਰਤੀ ਮੂਲ ਦੇ ਲੜਾਕਿਆਂ ਦੇ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਦਾਅਵਾ ਅਮਰੀਕੀ ਵਿਦੇਸ਼ ਮੰਤਰਾਲਾ ਨੇ ਅੱਤਵਾਦੀ ਤੇ ਜਾਰੀ ਨਵੀਂ ਰਿਪੋਰਟ ਵਿੱਚ ਕੀਤਾ ਹੈ। ਇਸ ਦੇ ਨਾਲ ਹੀ ਰਿਪੋਰਟ ਵਿੱਚ NIA ਸਮੇਤ ਭਾਰਤ ਦੀਆਂ ਅੱਤਵਾਦ ਰੋਕੂ ਏਜੰਸੀਆਂ ਦੀ ਸਰਗਰਮੀ ਨਾਲ ਅੰਤਰਰਾਸ਼ਟਰੀ ਅਤੇ ਖੇਤਰੀ ਅੱਤਵਾਦੀ ਤਾਕਤਾਂ ਦਾ ਪਤਾ ਲਗਾਉਣ ਅਤੇ ਉਹਨਾਂ ਨੂੰ ਰੋਕਣ ਲਈ ਸ਼ਲਾਘਾ ਕੀਤੀ ਗਈ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਅੱਤਵਾਦ ਤੇ ਦੇਸ਼ਾਂ ਦੀ ਰਿਪੋਰਟ 2020 ਜਾਰੀ ਕੀਤੀ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵ UNSCR 2309 ਨੂੰ ਅਤੇ ਹਵਾਈ ਅੱਡਿਆਂ ਤੇ ਸਮਾਨ ਦੀ ਜ਼ਰੂਰੀ
ਡਿਊਲ ਸਕਰੀਨ ਐਕਸ-ਰੇ ਨਾਲ ਜਾਂਚ ਲਾਗੂ ਕਰਨ ਵਿੱਚ ਅਮਰੀਕਾ ਨਾਲ ਗੱਠਜੋੜ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਪ੍ਰਸਤਾਵ 2309 ਸਰਕਾਰਾਂ ਤੋਂ ਨਾਗਰਿਕਾਂ ਦੀ ਹਵਾਈ ਯਾਤਰਾ ਦੌਰਾਨ ਸੁਰੱਖਿਆ ਨੂੰ ਯਕੀਨੀ ਕਰਨ ਦੀ ਅਪੀਲ ਕਰਦਾ ਹੈ। ਅਮਰੀਕਾ ਵੱਲੋਂ ਜਾਰੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਵੰਬਰ ਤੱਕ ਇਸਲਾਮਿਕ ਸਟੇਟ ਨਾਲ ਭਾਰਤੀ ਮੂਲ ਦੇ 66 ਲੜਾਕਿਆਂ ਦੇ ਜੁੜਨ ਦੀ ਜਾਣਕਾਰੀ ਮਿਲੀ ਹੈ। ਇਸ ਮੁਤਾਬਕ ਕੋਈ ਵਿਦੇਸ਼ੀ ਅੱਤਵਾਦੀ ਲੜਾਕਾ ਸਾਲ 2020 ਦੌਰਾਨ ਭਾਰਤ ਨਹੀਂ ਪਰਤਿਆ। ਭਾਰਤ ਅਮਰੀਕਾ ਸਹਿਯੋਗ ਨੂੰ ਰੇਖਾਂਕਿਤ ਕਰਦੇ ਹੋਏ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਭਾਰਤ ਸਰਕਾਰ ਨਾਲ ਰਣਨੀਤਿਕ ਸਾਂਝੇਦਾਰੀ ਨੂੰ ਵਧਾਉਣਾ ਜਾਰੀ ਰੱਖੇਗਾ, ਜਿਸ ਵਿੱਚ ਦੁਪੱਲੇ ਸੰਬੰਧਾਂ ਜ਼ਰੀਏ ਜਿਵੇਂ 17ਵੀਂ ਅੱਤਵਾਦ ਰੋਕੂ ਸਾਂਝੀ ਟਾਸਕ ਫੋਰਸ ਅਕਤੂਬਰ ਵਿੱਚ ਤੀਜੀ 2+2 ਮੰਤਰੀ ਪੱਧਰੀ ਵਾਰਤਾ ਸ਼ਾਮਲ ਹੈ। ਇਸ ਰਿਪੋਰਟ ਵਿੱਚ ਰਾਸ਼ਟਰੀ ਇਨਵੈਸਟੀਗੇਸ਼ਨ ਏਜੰਸੀ ਸਮੇਤ ਭਾਰਤੀ ਅੱਤਵਾਦ ਰੋਕੂ ਏਜੰਸੀਆਂ ਦੀ ਸਰਗਰਮੀ ਨਾਲ ਅੰਤਰਰਾਸ਼ਟਰੀ ਅਤੇ ਖੇਤਰੀ ਅੱਤਵਾਦੀ ਬਲਾਂ ਦੀ ਪਛਾਣ ਕਰਨ ਅਤੇ ਰੋਕਣ ਲਈ ਪ੍ਰਸ਼ੰਸਾ ਕੀਤੀ ਗਈ ਹੈ। ਕੈਲਗਰੀ ਪੁਲਿਸ ਵੱਲੋਂ ਲੇਥਬ੍ਰਿਜ ਡਰੱਗ ਸਪਲਾਈ ਕਰਨ ਦੇ ਸ਼ੱਕ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿੱਚੋਂ 2 ਪੰਜਾਬੀ ਮੂਲ ਦੇ ਅਤੇ 1 ਪਾਕਿਸਤਾਨੀ ਮੂਲ ਦਾ ਹੈ। ਕੈਲਗਰੀ ਦੇ ਇਹਨਾਂ ਤਿੰਨਾਂ ਖਿਲਾਫ ਕਈ ਦੋਸ਼ ਲਗਾਏ ਗਏ ਨੇ, ਜੋ ਕਥਿਤ ਤੌਰ ਤੇ ਲੇਥਬ੍ਰਿਜ ਅਲਟਾ 'ਚ ਡਰੱਗ ਡੀਲਰਾਂ ਨੂੰ ਸਪਲਾਈ ਕਰਨ ਵਾਲੇ ਤਸਕਰੀ ਨੈਟਵਰਕ ਨਾਲ ਜੁੜੇ ਹੋਏ ਨੇ। ਪੁਲਿਸ ਨੇ ਨਸ਼ਾ ਤਸਕਰੀ ਨੈਟਵਰਕ ਨਾਲ ਜੁੜੇ ਹੋਣ ਦੇ ਦੋਸ਼ ਵਿੱਚ 3 ਵਿਅਕਤੀਆਂ ਦੀ ਪਛਾਣ ਜਾਰੀ ਕੀਤੀ ਹੈ, ਜਿਨ੍ਹਾਂ ਵਿੱਚ ਹਰਮਨਜੀਤ ਬਰਾੜ, ਮੋਹਿਤ ਸੰਧੂ ਤੇ ਜੌਨਸ ਅਲੀ ਵਿਰੁੱਧ ਨਸ਼ੀਲੇ ਪਦਾਰਥ, ਹਥਿਆਰਾਂ ਅਤੇ ਤਸਕਰੀ ਦੇ ਦੋਸ਼ ਲਗਾਏ ਗਏ ਨੇ। ਪੁਲਿਸ ਨੇ 2 ਵਾਹਨ, 2 ਲੋਡਡ ਹੈਂਡਗਨ, ਨਕਦੀ ਅਤੇ ਲਗਭਗ 400 ਗ੍ਰਾਮ ਕੋਕੇਨ ਜ਼ਬਤ ਕੀਤੀ ਹੈ, ਜਿਸ ਦੀ ਕੀਮਤ ਲਗਭਗ $40,000 ਦੱਸੀ ਗਈ ਹੈ। ਕੈਨੇਡਾ ਦਾ ਸਭ ਤੋਂ ਵੱਡਾ ਸ਼ਹਿਰ ਸਿੱਖਾਂ ਅਤੇ ਮੁਸਲਮਾਨਾਂ ਦੇ ਲਈ ਹੱਕਾਂ ਲਈ ਆਰੰਭੇ ਹੋਏ ਸੰਘਰਸ਼ ਵਿੱਚ ਸ਼ਾਮਲ ਹੋ ਗਿਆ। ਟੋਰਾਂਟੋ ਸਿਟੀ ਕੌਂਸਲ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਕਿਊਬੈਕ ਦੇ ਬਿੱਲ 21 ਵਿਰੁੱਧ ਕਾਨੂੰਨੀ ਲੜਾਈ ਵਿੱਚ ਡਟਵਾਂ ਸਾਥ ਦੇਣ ਦਾ ਐਲਾਨ ਕੀਤਾ ਗਿਆ। ਮੇਅਰ ਜੋਹਨ ਟੌਰੀ ਨੇ ਕਿਹਾ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਅਤੇ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਸ ਬਿੱਲ 21 ਨੂੰ ਦਿੱਤੀ ਜਾ ਰਹੀ ਚੁਣੌਤੀ ਲਈ $1 ਲੱਖ ਦੇਗੀ। ਉਹਨਾਂ ਨੇ ਕਿਹਾ ਕਿ ਟੋਰਾਂਟੋ ਸਿਟੀ ਕੌਂਸਲ ਪੂਰੀ ਸਪਸ਼ਟਤਾ ਨਾਲ ਬਿੱਲ 21 ਦਾ ਵਿਰੋਧ ਕਰਨ ਲਈ ਇਕੱਠੀਆਂ ਹੋ ਰਹੀਆਂ ਮਿਊਨਿਸਪੈਲਿਟੀਜ਼ ਦਾ ਸਾਥ ਦੇਗੀ। ਉੱਤਰੀ ਕੋਰੀਆ ਵਿੱਚ ਦੇਸ਼ ਦੇ ਸਾਰੇ ਲੋਕਾਂ ਦੇ ਹੱਸਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਸਨਕੀ ਤਾਨਾਸ਼ਾਹ ਕਿਮ ਜੋਂਗ ਉਹਨਾਂ ਦਾ ਇਹ ਫੈਸਲਾ ਸਖਤੀ ਨਾਲ ਲਾਗੂ ਕਰ ਦਿੱਤਾ ਗਿਆ। ਇਹ ਫੈਸਲਾ 10 ਦਿਨਾਂ ਲਈ ਲਾਗੂ ਕੀਤਾ ਗਿਆ ਹੈ। ਜੇਕਰ 10 ਦਿਨਾਂ ਵਿੱਚ ਕੋਈ ਵੀ ਉੱਤਰੀ ਕੋਰੀਆ ਦਾ ਨਿਵਾਸੀ ਹੱਸਦਾ ਹੋਇਆ ਮਿਲਦਾ ਹੈ ਤਾਂ ਉਸ ਨੂੰ ਸਖਤ ਸਜ਼ਾ ਦਿੱਤੀ ਜਾਏਗੀ। ਇਸ ਦੇ ਨਾਲ ਹੀ ਅਗਲੇ 10 ਦਿਨਾਂ ਤੱਕ ਉੱਤਰੀ ਕੋਰੀਆ ਵਿੱਚ ਕਿਸੇ ਵੀ ਤਰ੍ਹਾਂ ਦੇ ਜਸ਼ਨ ਮਨਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦੇਸ਼ ਦੇ ਸਾਰੇ ਲੋਕਾਂ ਨੇ ਅਗਲੇ 10 ਦਿਨਾਂ ਤੱਕ ਉਦਾਸ ਰਹਿਣਾ ਹੈ, ਇੱਥੇ ਤੱਕ ਕਿ ਅਗਲੇ 10 ਦਿਨਾਂ ਤੱਕ ਸਨਕੀ ਤਾਨਾਸ਼ਾਹ ਕਿਮ ਜੋਂਗ ਨੇ ਦੇਸ਼ ਦੇ ਲੋਕਾਂ ਦੇ ਰੋਣ ਤੇ ਵੀ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਉੱਤਰ ਕੋਰੀਆ ਵਿੱਚ ਹੱਸਣ, ਖੁਸ਼ ਹੋਣ, ਜਸ਼ਨ ਮਨਾਉਣ ਜਾਂ ਫੇਰ ਰੋਣ ਤੇ ਇਹ ਪਾਬੰਦੀ ਸਾਬਕਾ ਨੇਤਾ ਕਿਮ ਜੋਂਗ ਇਲ ਦੀ 10ਵੀਂ ਵਰਸੀ ਦੇ ਮੌਕੇ ਤੇ ਲਗਾਈ ਗਈ ਹੈ। ਉੱਤਰ ਕੋਰੀਆ ਲੋਕਾਂ ਦੇ ਸ਼ਰਾਬ ਪੀਣ ਤੇ 11 ਦਿਨਾਂ ਲਈ ਪਾਬੰਦੀ ਲਗਾਈ ਗਈ ਹੈ। ਉੱਤਰ ਕੋਰੀਆ ਦੇ ਸਰਕਾਰੀ ਅਧਿਕਾਰੀਆਂ ਨੇ ਜਨਤਾ ਨੂੰ ਆਦੇਸ਼ ਦਿੱਤਾ ਹੈ ਕਿ ਜਦ ਤੱਕ ਉੱਤਰ ਕੋਰੀਆ ਉਹਨਾਂ ਦੀ ਮੌਤ ਦਾ ਸੋਗ ਮੰਨ ਰਿਹਾ ਹੈ, ਤਦ ਤੱਕ ਉਹ ਖੁਸ਼ੀ ਦੇ ਕੋਈ ਸੰਕੇਤ ਨਹੀਂ ਦਿਖਾਉਣਗੇ। ਤੁਹਾਨੂੰ ਦੱਸ ਦਈਏ ਕਿ ਕਿਮ ਜੋਂਗ ਇਲ ਨੇ 1994 ਤੋਂ ਲੈ ਕੇ 2011 ਤੱਕ ਆਪਣੀ ਮੌਤ ਹੋਣ ਤੱਕ ਉੱਤਰ ਕੋਰੀਆ ਦੇ ਸ਼ਾਸਨ ਕੀਤਾ ਸੀ ਅਤੇ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਦੇ ਤੀਜੇ ਅਤੇ ਸਭ ਤੋਂ ਛੋਟੇ ਬੇਟੇ ਕਿਮ ਜੋਂਗ ਨੇ ਦੇਸ਼ ਦੀ ਸੱਤਾ ਤੇ ਕਬਜ਼ਾ ਕਰ ਲਿਆ ਸੀ। ਕਿਮ ਜੋਂਗ ਨੇ ਆਪਣੇ ਪਿਤਾ ਕਿਮ ਜੋਂਗ ਇਲ ਦੀ ਮੌਤ ਦੇ 10 ਸਾਲ ਬਾਅਦ ਉੱਤਰ ਕੋਰੀਆ ਲੋਕਾਂ ਨੂੰ 11 ਦਿਨਾਂ ਦੇ ਸੋਗ ਦੇ ਸਮੇਂ ਦੀ ਪਾਲਣਾ ਕਰਨ ਲਈ ਮਜਬੂਰ ਕੀਤਾ ਹੈ। ਸਰਹੱਦੀ ਸ਼ਹਿਰ ਸਿਊਨੀਸ ਦੇ ਇੱਕ ਉੱਤਰ ਕੋਰੀਆਈ ਨੇ ਰੇਡੀਓ ਫ੍ਰੀ ਏਸ਼ੀਆ ਨੂੰ ਦੱਸਿਆ ਕਿ ਸੌਂਗ ਦੇ ਸਮੇਂ ਦੌਰਾਨ ਸਾਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ, ਹੱਸਣਾ ਨਹੀਂ ਚਾਹੀਦਾ ਤੇ ਜਾਂ ਫਿਰ ਕਿਸੇ ਵੀ ਕੰਮ ਤੋਂ ਛੁੱਟੀ ਨਹੀਂ ਲੈਣੀ ਚਾਹੀਦੀ। ਅਸੀਂ ਆਪਣਾ ਕੰਮ ਕਰਨਾ ਹੈ, ਲੇਕਿਨ ਉਦਾਸ ਹੋ ਕੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾਈ ਵਿਧਾਨ ਸਭਾ ਚੋਣਾਂ ਲਈ ਭਾਜਪਾ ਨਾਲ ਗੱਠਜੋੜ ਰਸਮੀ ਤੌਰ ਤੇ ਐਲਾਨ ਕਰ ਦਿੱਤਾ, ਜਿਸ ਦੀਆਂ ਕਿਆਸ ਰਾਈਆਂ ਪਿਛਲੇ ਮਹੀਨੇ ਤੋਂ ਉਹਨਾਂ ਦੇ ਕਾਂਗਰਸ ਛੱਡਣ ਤੋਂ ਬਾਅਦ ਲਗਾਈਆਂ ਜਾ ਰਹੀਆਂ ਸਨ। ਕੈਪਟਨ ਵੱਲੋਂ ਇਹ ਐਲਾਨ ਦਿੱਲੀ ਵਿੱਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਉਹਨਾਂ ਦੀ ਰਿਹਾਇਸ਼ ਤੇ ਹੋਈ ਤਕਰੀਬਨ 1 ਘੰਟੇ ਦੀ ਤਫਸੀਲ ਮੀਟਿੰਗ ਤੋਂ ਬਾਅਦ ਕੀਤਾ ਗਿਆ। ਦੋਵਾਂ ਪਾਰਟੀਆਂ ਦਰਮਿਆਨ ਇਹ ਫੈਸਲਾ ਤਕਰੀਬਨ 7 ਗੇੜਾਂ ਦੀ ਗੱਲਬਾਤ ਤੋਂ ਬਾਅਦ ਸ਼ੁੱਕਰਵਾਰ ਨੂੰ ਭਾਜਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ੇਖਾਵਤ ਨਾਲ ਹੋਈ ਮੀਟਿੰਗ ਵਿੱਚ ਲਿਆ ਗਿਆ। ਕੈਪਟਨ ਵੱਲੋਂ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦੇ ਗੱਠਜੋੜ ਦਾ ਐਲਾਨ ਟਵਿੱਟਰ ਤੇ ਪਾਈ ਇੱਕ ਤਸਵੀਰ ਰਾਹੀਂ ਕੀਤਾ ਗਿਆ। ਕੈਪਟਨ ਅਤੇ ਸ਼ੇਖਾਵਤ ਦੀ ਗਲਵਕੜੀ ਪਾਈ ਇਸ ਤਸਵੀਰ ਦੇ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਇੱਕ ਸੰਦੇਸ਼ ਵੀ ਲਿਖਿਆ ਕਿ ਭਾਜਪਾ ਨਾਲ ਸਾਡਾ ਗੱਠਜੋੜ ਪੱਕਾ ਹੈ। ਹਾਲਾਂਕਿ ਸੀਟਾਂ ਦੀ ਵੰਡ ਨੂੰ ਲੈ ਕੇ ਅਜੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਹਲਕਿਆਂ ਮੁਤਾਬਕ ਦਹਾਕਿਆਂ ਤੱਕ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜੂਨੀਅਰ ਗੱਠਜੋੜ
ਭਾਈਵਾਲ ਬਣ ਕੇ ਰਹੀ ਭਾਜਪਾ ਇਸ ਵਾਰ ਸੀਨੀਅਰ ਭਾਈਵਾਲ ਬਣਨਾ ਚਾਹੁੰਦੀ ਹੈ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ ਭਾਜਪਾ 70 ਸੀਟਾਂ ਤੇ ਚੋਣ ਲੜਨ ਦੀ ਚਾਹਵਾਨ ਹੈ, ਜਦਕਿ ਕੈਪਟਨ ਦੀ ਪਾਰਟੀ ਨੂੰ 35 ਸੀਟਾਂ ਤੇ ਚੋਣ ਲੜਾਈ ਜਾ ਸਕਦੀ ਹੈ। ਬਾਕੀ ਦੀਆਂ 12 ਸੀਟਾਂ ਗੱਠਜੋੜ ਦੇ ਤੀਜੇ ਭਾਈਵਾਲ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨੂੰ ਦਿੱਤੀਆਂ ਜਾਣਗੀਆਂ। ਹਾਲਾਂਕਿ ਮੁਤਾਬਕ ਸ਼ਹਿਰੀ ਖੇਤਰਾਂ ਦੇ ਮਜ਼ਬੂਤ ਭਾਜਪਾ ਆਪਣਾ ਮੁੱਖ ਧਿਆਨ ਇਨ੍ਹਾਂ ਇਲਾਕਿਆਂ ਤੇ ਕੇਂਦਰਿਤ ਰੱਖੇਗੀ, ਜਦਕਿ ਪੰਜਾਬ ਲੋਕ ਕਾਂਗਰਸ ਨੂੰ ਦਿਹਾਤੀ ਇਲਾਕੇ ਦੀਆਂ ਵਧੇਰੇ ਸੀਟਾਂ ਦਿੱਤੀਆਂ ਜਾਣਗੀਆਂ। ਕੈਪਟਨ ਦੇ ਕਿਸਾਨ ਆਗੂਆਂ ਨਾਲ ਨੇੜਲੇ ਸੰਬੰਧਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਫੈਸਲਾ ਲਿਆ ਗਿਆ। 2017 ਵਿੱਚ ਵੀ ਕੈਪਟਨ ਨੂੰ ਦਿਹਾਤੀ ਹਲਕਿਆਂ ਤੋਂ ਭਰਮਾ ਹੁੰਗਾਰਾ ਮਿਲਿਆ ਸੀ। ਕੈਪਟਨ ਨੇ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਖਾਸ ਖੁਲਾਸਾ ਨਾ ਕਰਦਿਆਂ ਸਿਰਫ ਇਹੀ ਕਿਹਾ ਕਿ ਸੀਟਾਂ ਦੀ ਵੰਡ ਦਾ ਆਧਾਰ ਜਿੱਤਣ ਦੀ ਸਮਰੱਥਾ ਹੋਏਗੀ। ਜਿੱਥੇ ਜਿਸ ਪਾਰਟੀ ਦੀ ਸਥਿਤੀ ਮਜ਼ਬੂਤ ਹੋਏਗੀ ਉੱਥੇ ਉਸ ਪਾਰਟੀ ਨੂੰ ਸੀਟ ਮਿਲੇਗੀ। ਜਦਕਿ ਗਜੇਂਦਰ ਸ਼ੇਖਾਵਤ ਨੇ ਸੀਟਾਂ ਦੀ ਵੰਡ ਨੂੰ ਲੈ ਕੇ ਪੁੱਛੇ ਸਵਾਲਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਸੀਟਾਂ ਦੀ ਵੰਡ ਬਾਰੇ ਸਹੀ ਸਮੇਂ ਤੇ ਸੂਚਿਤ ਕੀਤਾ ਜਾਏਗਾ। ਉਹਨਾਂ ਕੈਪਟਨ ਵੱਲੋਂ ਕੀਤੇ ਗੱਠਜੋੜ ਦੇ ਐਲਾਨ ਤੇ ਆਪਣੀ ਮੋਹਰ ਲਾਉਂਦਿਆਂ ਕਿਹਾ ਕਿ ਹੁਣ ਇਹ ਕਹਿ ਸਕਦੇ ਹਾਂ ਕਿ ਭਾਜਪਾ ਕੈਪਟਨ ਦੀ ਪਾਰਟੀ ਦੇ ਨਾਲ ਮਿਲ ਕੇ ਚੋਣਾਂ ਲੜੇਗੀ। ਹਲਕਿਆਂ ਮੁਤਾਬਕ ਚੋਣ ਕਮਿਸ਼ਨ ਵੱਲੋਂ ਸੂਬੇ ਦਾ ਦੌਰਾ ਕਰਨ ਤੋਂ ਬਾਅਦ ਹੁਣ ਕਿਆਸ ਲਗਾਏ ਜਾ ਰਹੇ ਨੇ ਕਿ ਸੂਬੇ ਵਿੱਚ ਆਦਰਸ਼ ਚੋਣ ਜ਼ਾਬਤਾ ਜਨਵਰੀ ਦੇ ਪਹਿਲੇ ਜਾਂ ਦੂਜੇ ਹਫ਼ਤੇ ਲਗਾਇਆ ਜਾ ਸਕਦਾ ਹੈ। ਕੌਮੀ ਚੋਣ ਕਮਿਸ਼ਨ ਵੱਲੋਂ ਰਾਜ ਦੇ ਸੀਨੀਅਰ ਅਧਿਕਾਰੀਆਂ ਨਾਲ ਲਈਆਂ ਗਈਆਂ ਮੀਟਿੰਗਾਂ ਅਤੇ ਉਸ ਦੌਰਾਨ ਉਠਾਏ ਗਏ ਮੁੱਦਿਆਂ ਤੋਂ ਰਾਜ ਦੀ ਅਫਸਰਸ਼ਾਹੀ ਘਬਰਾਹਟ ਵਿੱਚ ਹੈ। ਚੋਣ ਕਮਿਸ਼ਨ ਵੱਲੋਂ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਉਸ ਬਿਆਨ ਦਾ ਜਿਵੇਂ ਸਖਤ ਨੋਟਿਸ ਲਿਆ ਗਿਆ, ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਜ਼ਿਲ੍ਹਾ ਪੱਧਰ ਦੇ ਪੁਲਿਸ ਅਧਿਕਾਰੀ ਵਿਧਾਇਕਾਂ ਤੇ ਸਥਾਨਕ ਮੰਤਰੀਆਂ ਦੀ ਰਾਏ ਅਨੁਸਾਰ ਲਗਾ ਰਹੇ ਹਨ। ਉਸ ਤੋਂ ਸਪਸ਼ਟ ਹੈ ਕਿ ਸੂਬੇ 'ਚ ਚੋਣ ਜ਼ਾਬਤਾ ਲੱਗਣ ਦੇ ਨਾਲ ਹੀ ਖੇਤਰੀ ਅਧਿਕਾਰੀਆਂ ਦਾ ਵੱਡਾ ਫੇਰਬਦਲ ਹੋਏਗਾ, ਜਿਸ ਵਿੱਚ ਪੁਲਿਸ ਅਧਿਕਾਰੀ ਮੁੱਖ ਤੌਰ ਤੇ ਨਿਸ਼ਾਨੇ ਤੇ ਰਹਿਣਗੇ। ਕਮਿਸ਼ਨ ਵੱਲੋਂ ਗੈਰ IPS ਅਧਿਕਾਰੀਆਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਨਿਯੁਕਤ ਕਰਨ ਤੇ ਇਤਰਾਜ਼ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਸੂਬੇ ਵਿੱਚ ਵੋਟਰ ਸੂਚੀਆਂ ਵੀ 5 ਜਨਵਰੀ ਛਾਪਣ ਤੱਕ ਲਏ ਗਏ ਫੈਸਲੇ ਕਾਰਨ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਸੂਬੇ ਵਿੱਚ ਚੋਣਾਂ ਦਾ ਐਲਾਨ ਤੇ ਚੋਣ ਜ਼ਾਬਤਾ 5 ਜਨਵਰੀ ਤੋਂ ਬਾਅਦ ਕਦੇ ਵੀ ਸੰਭਵ ਹੋ ਸਕਦਾ ਹੈ ਅਤੇ ਇਹ ਐਲਾਨ 10 ਜਨਵਰੀ ਤੋਂ ਬਾਅਦ ਵੀ ਹੋ ਸਕਦਾ ਹੈ। ਮੁੱਖ ਚੋਣ ਕਮਿਸ਼ਨਰ ਨੇ ਤੇ ਉਹਨਾਂ ਦੀ ਟੀਮ ਵੱਲੋਂ ਕੱਲ ਰਾਜ ਦੇ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆ ਦੇ ਦੂਸਰੇ ਸੀਨੀਅਰ ਅਧਿਕਾਰੀਆਂ ਨਾਲ ਲਈ ਗਈ ਮੀਟਿੰਗ ਦੌਰਾਨ ਇਹ ਸਪਸ਼ਟ ਸੀ ਕਿ ਕਮਿਸ਼ਨ ਇਸ ਵਾਰ ਚੋਣਾਂ ਦੌਰਾਨ ਸ਼ਰਾਬ, ਨਸ਼ੇ ਤੇ ਪੈਸੇ ਵੰਡਣ ਵਰਗੇ ਮਾਮਲਿਆਂ ਸੰਬੰਧੀ ਕਾਫੀ ਗੰਭੀਰ ਹੈ ਅਤੇ ਇਸ ਮੰਤਵ ਲਈ ਕਮਿਸ਼ਨ ਕੇਂਦਰ ਸਰਕਾਰ ਦੀਆਂ ਏਜੰਸੀਆਂ ਇਨਫੋਰਸਮੈਂਟ ਡਾਇਰੈਕਟੋਰੇਟ, ਇਨਕਮ ਟੈਕਸ, ਨਾਰਕੋਟਿਕ ਬਿਊਰੋ ਤੇ ਕੇਂਦਰੀ ਖੁਫੀਆ ਏਜੰਸੀਆਂ ਨੂੰ ਅਹਿਮ ਭੂਮਿਕਾ ਦੇਗੀ, ਕਿਉਂਕਿ ਸੂਬੇ ਦੀ ਪੁਲਿਸ ਦੇ ਵੱਡੇ ਪੱਧਰ ਤੇ ਸਿਆਸੀਕਰਨ ਦੇ ਦੋਸ਼ ਲੱਗ ਰਹੇ ਨੇ। ਰਾਜ ਦੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕੇਂਦਰੀ ਸੁਰੱਖਿਆ ਬਲਾਂ ਦੀਆਂ ਕੋਈ 700 ਤੋਂ ਵੱਧ ਕੰਪਨੀਆਂ ਦੀ ਮੰਗ ਰੱਖੀ ਗਈ ਹੈ, ਜਦੋਂ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਾਜ ਨੂੰ ਕੇਂਦਰੀ ਸੁਰੱਖਿਆ ਬਲਾਂ ਦੀਆਂ 500 ਕੰਪਨੀਆਂ ਅਲਾਟ ਕੀਤੀਆਂ ਗਈਆਂ ਸਨ। ਚੋਣ ਕਮਿਸ਼ਨ ਵੱਲੋਂ ਚੋਣਾਂ ਦੇ ਐਲਾਨ ਦੇ ਨਾਲ ਹੀ ਸੂਬੇ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਸ਼ੁਰੂ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਨਕਲੀ ਸ਼ਰਾਬ ਦੀ ਵਿਕਰੀ ਕਾਰਨ ਹੋਈਆਂ 135 ਮੌਤਾਂ ਅਤੇ ਨਕਲੀ ਸ਼ਰਾਬ ਬਣਾਉਣ ਦੇ ਫੈਕਟਰੀਆਂ ਨਾਲ ਹੁਕਮਰਾਨ ਪਾਰਟੀ ਦੇ ਕਾਰਕੁਨਾਂ ਦੇ ਨਾਂ ਜੁੜਨ ਤੋਂ ਕਮਿਸ਼ਨ ਕਾਫੀ ਚਿੰਤਿਤ ਨਜ਼ਰ ਆਇਆ ਅਤੇ ਉਹਨਾਂ ਕੇਂਦਰੀ ਏਜੰਸੀਆਂ ਨਾਲ ਵੱਖਰੇ ਤੌਰ ਤੇ ਵਿਚਾਰੇ ਮੁੱਦਿਆਂ ਵਿੱਚ ਵਿਸ਼ੇਸ਼ ਸੀ। ਸੂਬੇ ਵਿੱਚ ਭਗੌੜਿਆਂ ਦੀ ਵੱਡੀ ਗਿਣਤੀ ਵਿੱਚ ਗੈਂਗਸਟਰਾਂ ਦੀਆਂ ਰਿਪੋਰਟਾਂ ਦਾ ਵੀ ਕਮਿਸ਼ਨ ਵੱਲੋਂ ਸਖਤ ਨੋਟਿਸ ਲਿਆ ਗਿਆ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।